ਆਪਾਂ ਜਿਹੜੀ ਵਿਚਾਰ ਸ਼ੁਰੂ ਕਰਦੇ ਆ ਰਹੇ ਹਾਂ ਗੁਰਬਾਣੀ ਅਤੇ ਪਾਠ ਦੀ। ਗੁਰਬਾਣੀ ਦੇ ਵਿੱਚ, ਗੁਰਬਾਣੀ ਦੇ ਹੁਕਮ ਦੇ ਵਿੱਚ ਕੀ ਅਸੀਂ ਪਾਠ ਕਰਨੇ ਆ, ਕਿ ਪਾਠ ਕਰਕੇ ਸਾਡਾ ਕੁਝ ਸਮਰ ਰਿਹਾ। ਇਹ ਸਾਰੇ ਆਪਾਂ ਜਵਾਬ ਜਿਹੜੇ ਨੇ ਗੁਰਬਾਣੀ ਚੋਂ, ਗੁਰਬਾਣੀ ਗੁਰੂ ਦੀ ਮਦਦ ਦੇ ਨਾਲ ਸਾਹਮਣੇ ਕੱਢ ਕੇ ਰੱਖ ਰਹੇ ਹਾਂ। ਔਰ ਇਹ ਕੋਈ ਪ੍ਰੈਸ਼ਰ ਨਹੀਂ ਹੈ ਕਿਸੇ ਤੇ ਕਿ ਸਾਡੇ ਜਿਹੜੇ ਵਿਚਾਰ ਨੇ ਉਹ ਮੰਨਣੇ ਹੀ ਮੰਨਣੇ ਆ। ਵਿਚਾਰ ਪਹਿਲੀ ਗੱਲ ਸਿਰਫ ਤੇ ਸਿਰਫ ਗੁਰਬਾਣੀ ਦੇ ਨੇ। ਬਾਹਰੋਂ ਕੋਈ ਕਥਾ ਕਥੌਲੀ ਅਸੀਂ ਬਾਣੀ ਦੇ ਨਾਲ ਅਟੈਚ ਨਹੀਂ ਕਰਦੇ। ਇਹ ਨਹੀਂ ਦੱਸਦੇ ਕਿ ਇਹ ਸ਼ਬਦ ਕਿਉਂ ਲਿਖਿਆ, ਕੀ ਰੀਜ਼ਨ ਸੀ, ਜਿੱਦਾਂ ਰਿਵਾਜ ਹੈ। ਸੋ ਗੁਰਬਾਣੀ ਨੂੰ ਗੁਰਬਾਣੀ ਦੇ ਨਾਲ ਹੀ ਖੋਲ੍ਹਣਾ। ਕਈ ਗੱਲਾਂ ਥੋੜ੍ਹੀਆਂ ਜਿਹੀਆਂ ਔਖੀਆਂ ਲੱਗਣਗੀਆਂ ਕਿਉਂਕਿ ਸਾਡਾ ਮਾਈਂਡ ਸੈਟ ਉਹੀ ਚੱਲਿਆ ਆ ਰਿਹਾ ਜਿੱਦਾਂ ਸਾਨੂੰ ਸਿਖਾਇਆ ਗਿਆ, ਜਿੱਦਾਂ ਸਾਡੇ ਲੋਕ ਜਿਹੜੇ ਪ੍ਰਚਾਰਕ ਨੇ, ਸਾਡੇ ਟੀਚਰਸ ਨੇ, ਰਿਲੀਜੀਅਸ ਟੀਚਰਸ ਨੇ, ਜਿਵੇਂ ਸਾਨੂੰ ਉਹ ਦੱਸਦੇ ਆ ਰਹੇ ਆ। ਸੋ ਆਓ ਆਪਾਂ ਅੱਜ ਦੀ ਵਿਚਾਰ ਜਿਹੜੀ ਹੈ ਉਹ ਸ਼ੁਰੂ ਕਰੀਏ। 6-7 ਬੈਠਕਾਂ ਇਸ ਚੀਜ਼ ਦੇ ਮੁਤਲਕ ਹੋ ਚੁੱਕੀਆਂ ਨੇ। ਕਾਫੀ ਜਿਹੜੇ ਕੁਐਸਚਨ ਸੀ ਸੰਤਾਂ ਦੇ ਉਹ ਕਲੀਅਰ ਹੋ ਚੁੱਕੇ ਨੇ। ਇਹ ਵੀ ਮੇਰੀ ਬੇਨਤੀ ਹੈ ਕਿ ਜੇਕਰ ਕੋਈ ਆਪ ਜੀ ਦੇ ਸੰਪਰਕ ਦੇ ਵਿੱਚ ਗੁਰਬਾਣੀ ਗੁਰੂ ਨਾਲ ਪ੍ਰੇਮ ਕਰਨ ਵਾਲਾ ਜੇ ਕੋਈ ਸੱਜਣ ਹੈ ਤੇ ਉਹ ਆਪ ਜੀ ਉਹਨਾਂ ਨੂੰ ਜਿਹੜਾ ਮੈਸੇਜ ਹੈ ਉਹ ਐਜ਼ ਇਟ ਇਜ਼ ਕਾਪੀ ਕਰਕੇ ਭੇਜ ਸਕਦੇ ਹੋ। ਇਹ ਪਲੇਟਫਾਰਮ ਸਾਰਿਆਂ ਵਾਸਤੇ ਓਪਨ ਹੈ। ਕੋਈ ਵੀ ਉਸ ਲਿੰਕ ਤੇ ਕਲਿੱਕ ਕਰਕੇ ਬੈਠਕ ਦੇ ਵਿੱਚ ਸ਼ਾਮਲ ਹੋ ਸਕਦਾ। ਸੋ ਅੱਜ ਦੀ ਸਾਡੀ ਜਿਹੜੀ ਵਿਚਾਰ ਦਾ ਸ਼ਬਦ ਆਇਆ ਸਾਹਮਣੇ, ਸ਼ਲੋਕ ਮਹੱਲਾ ਪਹਿਲਾ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਪੰਨਾ ਨੰਬਰ 791। ਦੀਵਾ ਬਲੈ ਅੰਧੇਰਾ ਜਾਏ। ਇਹ ਤੇ ਬੜੀ ਸਾਦੀ ਜੀ ਗੱਲ ਹੈ ਵੀ ਦੀਵਾ ਬਲੂਗਾ ਤੇ ਹਨੇਰਾ ਚਲ ਜਾਊਗਾ। ਇਹ ਗੱਲ ਬਾਬੇ ਨਾਨਕ ਨੇ ਕਿਉਂ ਕੀਤੀ ਹੈ? ਜੇ ਹਨੇਰਾ ਹੋਵੇ ਤਾਂ ਆਪਾਂ ਦੀਵਾ ਬਾਲਦੇ ਹਾਂ। ਹੁਣ ਹਨੇਰਾ ਕੀ ਹੈ? ਵੈਰੀ ਸਿੰਪਲ, ਐਬਸੈਂਸ ਆਫ ਲਾਈਟ ਇਜ਼ ਡਾਰਕਨੈਸ। Absence of light is darkness. Very simple. ਹੁਣ ਇੱਥੇ ਕੀ ਸਾਡੇ ਸਾਹਮਣੇ ਨਿਕਲ ਰਿਹਾ ਕਿ ਜਦੋਂ ਗਿਆਨ ਦਾ ਦੀਵਾ ਬਲਦਾ ਹੈ, ਜਿਹੜਾ ਭਾਵ ਇਹਦੇ ਚੋਂ ਐਕਸਟ੍ਰੈਕਟ ਨਿਕਲ ਕੇ ਕੀ ਆ ਰਿਹਾ ਕਿ ਜਿਹੜਾ ਗਿਆਨ ਦਾ ਦੀਵਾ ਬਲਦਾ ਹੈ ਤਾਂ ਮਾਇਆ ਦਾ ਹਨੇਰਾ ਦੂਰ ਹੁੰਦਾ ਹੈ। ਹੁਣ ਦੀਵਾ ਕੀ ਹੈ? ਮੈਂ ਪਹਿਲਾਂ ਕਹਿ ਰਿਹਾ ਕਿ ਬਾਣੀ ਨੂੰ ਆਪਾਂ ਬਾਣੀ ਦੇ ਨਾਲ ਹੀ ਖੋਲ੍ਹਣਾ। ਦੀਵਾ, ਆਸਾ ਮਹੱਲਾ ਪਹਿਲਾ, ਪੋਥੀ ਪੰਨਾ ਨੰਬਰ 358। ਉਹ ਕਹਿੰਦੇ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਓ ਮੇਲ। ਪਰਮਾਤਮਾ ਦਾ ਨਾਮ ਹੀ ਅਸਲ 'ਚ ਦੀਵਾ ਹੈ। ਇੱਕ ਐਗਜ਼ਾਮਪਲ। ਦੂਸਰੀ ਐਗਜ਼ਾਮਪਲ, ਪੋਥੀ ਪੰਨਾ ਨੰਬਰ 694, ਬਾਣੀ ਭਗਤ ਰਵਿਦਾਸ ਜੀਓ ਕੀ। ਉਹ ਸ਼ਬਦ ਹੈ, ਨਾਮ ਤੇਰੋ ਆਰਤੀ ਮਰਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ।
ਉਹਦੇ ਚ ਆਉਂਦਾ ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਹੇ ਪਸਾਰੇ। ਕਲੀਅਰ ਹੋ ਗਿਆ, ਇਹ ਜਿਹੜਾ ਦੀਵਾ ਇੱਥੇ ਗੱਲ ਕਰ ਰਹੇ ਆ ਬਾਬਾ ਨਾਨਕ, ਉਹ ਹੈ ਗਿਆਨ ਦਾ ਦੀਵਾ। ਤੇ ਉਹ ਗਿਆਨ ਪ੍ਰਗਟ ਹੀ ਤਾਂ ਹੋਣਾ ਜੇਕਰ ਅਸੀਂ ਨਾਮ ਅਭਿਆਸ ਕਰਾਂਗੇ, ਕੇਵਲ ਤੇ ਕੇਵਲ ਇੱਕ ਸ਼ਬਦ ਦਾ। ਜਪੋ ਤਾਂ ਇੱਕੋ ਨਾਮਾ, ਅਵਰ ਨਿਰਾਫਲ ਕਾਮਾ, ਮਹੱਲਾ ਪਹਿਲਾ। ਦੀਵਾ ਬਲੈ ਅੰਧੇਰਾ ਜਾਏ, ਅੱਗੇ ਲਿਖਿਆ ਵੇਦ ਪਾਠ ਮਤ ਪਾਪਾਂ ਖਾਏ। ਹੁਣ ਇਸ ਚੀਜ਼ ਨੂੰ ਇਹ ਨਾ ਸਮਝ ਲਿਓ ਕਿ ਜਿਹੜਾ ਵੇਦਾਂ ਦਾ ਪਾਠ ਹੈ ਉਹ ਪਾਪ ਨਹੀਂ ਦੂਰ ਕਰੇਗਾ। ਪਾਪ ਦੂਰ ਹੋਣਗੇ ਜੇਕਰ ਉਸ ਗਿਆਨ ਨੂੰ ਅਮਲ ਚ ਲਿਆਂਦਾ ਜਾਊਗਾ। ਇੱਥੇ ਵੇਦ ਪਾਠ ਮਤ ਇਹ ਕੀ ਹੈ? ਵੇਦਾਂ ਧਾਰਮਿਕ ਪੁਸਤਕਾਂ ਦੇ ਗਿਆਨ ਅਨੁਸਾਰ ਜਿਹੜੀ ਢਲੀ ਹੋਈ ਮਤ ਹੈ ਉਹ ਪਾਪ ਬਿਰਤੀ ਨੂੰ ਜ਼ਰੂਰ ਨਾਸ ਕਰ ਦਿੰਦੀ ਹੈ। ਇੱਥੇ ਮਤ ਨਾ ਨਹੀਂ ਹੈ ਕਿ ਨਹੀਂ, ਇੱਥੇ ਮਤ ਸਾਡੀ ਆਪਣੀ ਮਤ ਹੈ, ਸੂਝ-ਬੂਝ ਹੈ। ਵੇਦਾਂ ਅਤੇ ਧਾਰਮਿਕ ਪੁਸਤਕਾਂ ਦੇ ਗਿਆਨ ਅਨੁਸਾਰ ਢਲੀ ਹੋਈ ਮਤ ਪਾਪ ਬਿਰਤੀ ਨੂੰ ਜ਼ਰੂਰ ਨਾਸ ਕਰ ਦਿੰਦੀ ਹੈ। ਪਰ ਇਹਦੇ ਚ ਬੜੀ ਇੱਕ ਬਰੀਕ ਲਾਈਨ ਹੈ। ਆਪਾਂ ਪਹਿਲਾਂ ਵੀ ਐਗਜ਼ਾਮਪਲ ਲਈ ਹੈ। ਸੜਕ ਤੇ ਆਪਾਂ ਡਰਾਈਵ ਕਰ ਰਹੇ ਹਾਂ, ਅੱਗੇ ਸਾਈਨ ਆ ਗਿਆ ਵੀ ਅੱਗੇ ਦਰਿਆ ਹੈ, ਖੱਬੇ ਮੁੜੋ। ਇੱਕ ਡਰਾਈਵਰ ਨੇ ਉਹ ਪੜ੍ਹਿਆ ਹੀ ਨਹੀਂ, ਉਹ ਦਰਿਆ 'ਚ ਡੁੱਬ ਗਿਆ। ਇੱਕ ਨੇ ਪੜ੍ਹ ਲਿਆ, ਉਹ ਕਹਿੰਦਾ ਚੱਲ ਲਿਖਿਆ ਹੋ ਦੇਖੀ ਜਾਓ, ਆਪਾਂ ਸਿੱਧੇ ਜਾਂਦੇ ਹਾਂ। ਉਹ ਵੀ ਸਿੱਧਾ ਚਲਾ ਗਿਆ, ਉਹ ਵੀ ਡੁੱਬ ਗਿਆ। ਤੀਸਰਾ ਡਰਾਈਵਰ ਆਇਆ, ਕਹਿੰਦਾ ਹੈ ਅੱਗੇ ਦਰਿਆ, ਖੱਬੇ ਮੁੜੋ। ਉਹ ਖੱਬੇ ਮੁੜ ਗਿਆ, ਉਹਦਾ ਬਚਾਅ ਹੋਇਆ। ਸੋ ਇਹ ਬੜੀ ਬਰੀਕ ਲਾਈਨ ਆਪਾਂ ਇੱਕ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਪਾਠ ਗੁਰਬਾਣੀ ਦਾ ਉਦੋਂ ਤੁਹਾਡੀ ਮਦਦ ਕਰੇਗਾ ਜਦੋਂ ਉਸ ਪਾਠ ਦੇ ਉੱਤੇ, ਉਸ ਬਾਣੀ ਦੇ ਉੱਤੇ, ਉਸ ਗਿਆਨ ਦੇ ਉੱਤੇ ਆਪਾਂ ਅਮਲ ਕਰਨਾ ਸ਼ੁਰੂ ਕਰ ਦਾਂਗੇ। ਸੋ ਇੱਥੇ ਮਤ ਜਿਹੜੀ ਹੈ ਇਹ ਸਾਡੀ ਆਪਣਾ ਜਿਹੜਾ ਇਹ ਦਿਮਾਗ ਦੀ ਸੂਝ-ਬੂਝ ਦੀ ਗੱਲ ਹੋ ਰਹੀ ਹੈ। ਵੇਦਾਂ ਦੇ ਗਿਆਨ ਅਨੁਸਾਰ ਜਾਂ ਧਾਰਮਿਕ ਪੁਸਤਕਾਂ ਦੇ ਗਿਆਨ ਅਨੁਸਾਰ ਜਿਹੜੀ ਢਲੀ ਹੋਈ ਮਤ ਹੈ ਉਹ ਪਾਪ ਬਿਰਤੀ ਨੂੰ ਜ਼ਰੂਰ ਨਾਸ ਕਰ ਦਿੰਦੀ ਹੈ। ਅੱਗੇ ਚਲੀਏ, ਕਹਿੰਦੇ ਉਗਵੇ ਸੂਰ ਨਾ ਜਾਪੈ ਚੰਦ। ਜਿਵੇਂ ਬੜੀ ਸਿੰਪਲ ਐਗਜ਼ਾਮਪਲ ਲਈ ਹੈ, ਲੇਕਿਨ ਆਪਾਂ ਇਹਦਾ ਅੰਤਰੀਵ ਭਾਵ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਜਿਵੇਂ ਸੂਰਜ ਪੂਰਾ ਚੜ੍ਹਨ ਤੇ ਚੰਦਰਮਾ ਚੰਨ ਚੜ੍ਹਿਆ ਨਹੀਂ ਜਾਪਦਾ, ਤਿਵੇਂ ਹੀ ਅਧਿਆਤਮਕ ਗਿਆਨ ਦੇ ਸਾਹਮਣੇ ਮਾਇਆ ਰੂਪੀ ਅਗਿਆਨਤਾ ਖਤਮ ਹੋ ਜਾਂਦੀ ਹੈ। ਇਹ ਦੋ ਲਾਈਨਾਂ ਨੇ। ਉਗਵੇ ਸੂਰ ਨਾ ਜਾਪੈ ਚੰਦ, ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ। ਸੂਰਜ ਚੜ੍ਹਦਾ, ਚੰਨ ਸਾਨੂੰ ਦੀਦਾ ਨਹੀਂ, ਉਹਦੀ ਲਾਈਟ ਹੀ ਇੰਨੀ ਹੈ। ਉਹ ਹੁੰਦਿਆਂ ਹੋਇਆਂ ਵੀ ਚੰਨ ਦਾ ਪ੍ਰਕਾਸ਼ ਸਾਨੂੰ ਨਜ਼ਰ ਨਹੀਂ ਆਉਂਦਾ। ਏਦਾਂ ਹੀ ਅਧਿਆਤਮਕ ਗਿਆਨ ਦੇ ਸਾਹਮਣੇ ਮਾਇਆ ਰੂਪੀ ਜਿਹੜੀ ਅਗਿਆਨਤਾ ਹੈ ਉਹ ਖਤਮ ਹੋ ਜਾਂਦੀ ਹੈ। ਅਗਿਆਨ ਦੇ ਨੰਨੇ ਨੂੰ ਔਂਕੜ ਹੈ, ਸੋ ਲਫ਼ਜ਼ ਹਾਈਲਾਈਟ ਹੋ ਗਿਆ। ਔਂਕੜ ਆਉਣ ਕਰਕੇ
ਅਸੀਂ ਜੋ ਮਾਇਆ ਦੇ ਉਲਝਾਅ ਵਿੱਚ ਫਸੇ ਆ, ਉਹੀ ਅਗਿਆਨਤਾ ਹੈ ਜਿਹੜੀ ਸਾਨੂੰ ਪਰਮਾਤਮਾ ਦੀ ਸੋਝੀ ਨਹੀਂ ਹੋਣ ਦਿੰਦੀ। ਹੁਣ ਹੋ ਕੀ ਰਿਹਾ? वेद पाठ संसार की कार। देख लो, साडे सामने ही है। जन्मदिन आ गया जी, खोल दो पाठ। कोई ब्याह आ गया जी, खिला दो पाठ। कोई प्रॉब्लम पै गई परिवार च या कोई होर सोसाइटी दे विच, खोल दो पाठ। इन्हां गल्लां ते पाठ खिला दिंदे, पाठ करी जाओ जी, पाठ कोई होर करी जाए। वेद पाठ संसार की कार, ये उदों भी सी। उदों बाबे नानक दे सामने की सी? हिंदुइज्म सी, या दूजा धर्म जिहड़ा मुसलमानी धर्म सी। गल कीती तां कहंदे वेद पाठ संसार की कार। सामने जो हो रहा सी, कहंदे दुनिया दी मर्यादा, दुनिया दा विहार, धार्मिक पुस्तकां दा बस पाठ ही करी जाना। पढ़ी जाओ जी, पाठ खिलाता, सुनदा कोई है नहीं, करन वाला कल्ला पाठ करदा है। और जेकर कोई ईमानदारी दे नाल कर रहा है पाठ, ते उहदा बेनिफिट केवल करन वाले नूं होना है। रखवाउण वाला भावें 5100 दा रखा ले, भावें 7100 दा रखा ले, ते भावें 5 ਲੱਖ ਦਾ रखा ले। ਉਹ ਜਿਹੜਾ ਵਿਅਕਤੀ ਇਮਾਨਦਾਰੀ ਦੇ ਨਾਲ ਪੜ ਰਿਹਾ ਉੱਥੇ, ਉਹਦਾ ਫਾਇਦਾ ਉਹਨੂੰ ਹੀ ਹੋਣਾ। ਕਿਉਂ? ਦੀਵਾ ਬਲੇ ਅੰਧੇਰਾ ਜਾਏ, वेद पाठ मत पापां खाए। उस पाठ के अनुसार, उस ज्ञान के अनुसार जी ढली हुई मत है, वो पाप बिरती नूं जरूर नाश करेगी। पर इहदे विच भी निक्का जिहा बरीक है विषय है कि पाठ पढ़ के उत्ते अमल करना पैना, केवल पाठ नाल नहीं होना। नहीं तो पहली बाणी च बाबे नानक ने दस दिता भी असंख ग्रंथ मुख वेद पाठ हो रहे हैं। पाठ असीं भी करी जा रहे हैं। सो इस बरीकी नूं समझना, जे अकीदा है, भरोसा है, जरूर करो पाठ, करना भी चाहिए है। पर अपनी मत नूं उस ज्ञान के अनुसार नाल नाल ढलना भी पाऊ। वेद पाठ संसार की कार। सारा संसार होर कर की रहा है? पाठ ही करी जा रहा है। पढ़ पढ़ पंडित करें विचार। हुण जिहड़े ज्ञानी लोग ने, प्रचारक लोग ने, अपनी गल करिए, आपां किसी दी क्यों गल करिए? क्योंकि एग्जाम्पल अपनी लवांगे, समझ छेती आऊ। हुण जिहड़े ज्ञानी लोग ने, प्रचारक लोग ने, ये पढ़ पढ़ के कथा विचार करी जांदे आ। ये भी मर्यादा है। ज्ञानी लोग पढ़ पढ़ के कथा विचार करते हैं, ये भी मर्यादा है। समझे सूझे पढ़ पढ़ बूझे, अंत निरंतरे सच्चा। पर पढ़ के बुझना पऊ। पढ़ तो लवांगे, पर वो पढ़ाई जिहड़ी है कह की रही है, उन्होंने समझना पऊ, उन्होंने ढालना पऊ, अपनी मत उहदे अनुसार ढालनी पऊ। ज्ञानी लोग 5-7 10 पुस्तकां पढ़ के गल्लां कर दिंदे आ जी, फलाणे ने आ लिखिया, फलाना शेख साधी उन्हें आ लिखिया, फलाणे पोएट ने आ लिखिया। वो कलाम भी पढ़ते रहे लोगों दे। सुन लो टेपां, जिन्ने वड्डे वड्डे होए ने, बाहरों पढ़ते रहे जी, फलाणे बेल चाह लिखिया। वो साडी अपनी गुरबाणी थोड़ी है, थोड़ी है। पूर्ण ब्रह्म ज्ञान है। इहदे अनुसार गल करो, इहदे अनुसार आओ। ਇੱਥੇ ਵੀ ਦੇਖਿਆ ਕਈ, ਸਾਡਾ ਵੀ ਮੇਲ ਹੋਇਆ ਕਈਆਂ ਦੇ ਨਾਲ, ਜਿਹੜੀ ਵਿਚਾਰ ਕਰ ਰਹੇ ਸੀ ਸ਼ਬਦ ਦੀ,
ਮੁੜ ਕੇ ਉੱਥੇ ਆਈਏ, ਮੁੜ ਕੇ ਆਪਣੇ ਆਪ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕਰੀਏ ਕਿ ਜਦੋਂ ਤੱਕ ਅਸੀਂ ਉਸ ਗੁਰਬਾਣੀ ਨੂੰ ਅਮਲ 'ਚ ਨਹੀਂ ਲੈ ਕੇ ਆਉਂਦੇ, ਉਹਨੂੰ ਬੁੱਝਦੇ ਨਹੀਂ। ਇੱਕ ਹੁੰਦਾ ਪੜ੍ਹਨਾ, ਨੰਬਰ 1, ਦੂਸਰਾ ਹੁੰਦਾ ਉਹਨੂੰ ਸਮਝਣਾ, ਇਹ ਵੀ ਵਧੀਆ ਗੱਲ ਹੈ। ਤੀਸਰੀ ਜਿਹੜੀ ਮੁੱਖ ਗੱਲ ਹੈ, ਉਹਨੂੰ ਬੁੱਝਣਾ। ਕਿ ਦੀਵੇ ਦੀ ਗੱਲ ਕੀਤੀ ਹੈ, ਦੀਵਾ ਹੈ ਕੀ ਹੈ? ਅਸੀਂ ਲੱਭ ਲਿਆ ਵੀ ਦੀਵਾ ਗਿਆਨ ਹੀ ਹੈ, ਗਿਆਨ ਦੀ ਲਾਈਟ ਹੋਣੀ ਹੈ। ਹਨੇਰਾ ਕੀ ਹੈ? ਹਨੇਰਾ ਲੱਭ ਲਿਆ ਵੀ ਮਾਇਆ ਹੀ ਹੈ, ਅਗਿਆਨ ਮਿਟੰਤ। ਐਜੂਕੇਸ਼ਨ ਹੈ, ਪੜ੍ਹਾਈ ਹੈ, ਇੰਨੇ ਹੀ ਸਾਨੂੰ ਸੋਝੀ ਵੀ ਦੇਣੀ ਹੈ, ਇੰਨੇ ਹੀ ਸਾਨੂੰ ਬਿਨ ਬੂਝੇ, ਇੰਨੇ ਹੀ ਸਾਨੂੰ ਚੀਜ਼ ਬੁਝਾ ਵੀ ਦੇਣੀ ਹੈ ਕਿ ਇਹਦੀ ਵਿੱਚੋਂ ਅਸੀਂ ਤੱਤ ਕੀ ਕੱਢਣਾ ਗਿਆਨ ਦੇ ਵਿੱਚੋਂ। ਸੋ ਪੜ ਪੰਡਤ ਕਰੇ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ। ਅੱਗੇ ਨਾਨਕ ਜੋਤ ਕੀ ਆਖਦੀ ਹੈ? ਕਹਿੰਦੇ ਨਾਨਕ ਗੁਰਮੁਖ ਉਤਰਸ ਪਾਰ, ਖੱਖੇ ਨੂੰ ਸਿਹਾਰੀ ਗੁਰਮੁਖ ਦੇ। ਇਹ ਹੈ ਇੱਕ ਸਿਸਟਮ, ਗੁਰਮੁਖੇ, ਗੁਰੂ ਸਿਸਟਮ ਦੇ ਥਰੂ ਮਾਇਆ ਤੋਂ ਤਰਿਆ ਜਾ ਸਕਦਾ ਹੈ, ਪਾਰ ਹੋਇਆ ਜਾ ਸਕਦਾ ਹੈ। ਇਹ ਸਿਸਟਮ ਕੀ ਹੈ? ਇਹ ਅਸੀਂ ਹੋਕਾ ਦਿੰਦੇ ਆ ਰਹੇ ਹਾਂ ਵੀ ਗੁਰਮੁਖ ਜਿੱਥੇ ਵੀ ਖੱਖੇ ਨੂੰ ਸਿਹਾਰੀ ਹੈ, ਨੰਬਰ 1 ਇੱਕ ਨੂੰ ਮੰਨਣਾ, ਨੰਬਰ 2 ਇੱਕ ਤੇ ਭਰੋਸਾ, ਨੰਬਰ 3 ਇੱਕ ਤੋਂ ਦੀਖਿਤ ਹੋਣਾ, ਤੇ ਨੰਬਰ 4 ਇੱਕ ਦਾ ਜਾਪ। ਸੋ ਇੱਕ ਨੂੰ ਮੰਨਣਾ ਪਲੱਸ ਇੱਕ ਤੇ ਭਰੋਸਾ ਪਲੱਸ ਇੱਕ ਤੋਂ ਦੀਖਿਤ ਹੋਣਾ ਪਲੱਸ ਇੱਕ ਦਾ ਜਾਪ ਕਰਨਾ ਹੀ ਗੁਰਮੁਖ ਸਿਸਟਮ ਹੈ। ਇਹ ਜੇ ਹੋਏਗਾ ਤਾਂ ਸਾਡਾ ਪਾਰ ਉਤਾਰਾ ਹੋਏਗਾ। ਹੁਣ ਅਸੀਂ ਮੰਨਦੇ ਤੇ ਹੈਗੇ ਆ, ਅਸੀਂ ਸਾਰੇ ਮੰਨਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਲੇਕਿਨ ਭਰੋਸਾ ਕਿਹਨੂੰ ਭਰੋਸਾ? ਇਹ ਆਪਣਾ ਐਨਾਲਿਸਿਸ ਆਪ ਕਰਿਓ, ਆਪ ਦੇਖਿਓ ਵੀ ਅਸੀਂ ਗੁਰੂ ਤੇ ਸਾਡਾ ਅਕੀਦਾ ਕਿੰਨਾ। ਮੇਰਾ ਖਿਆਲ ਇੱਕਾ ਦੁੱਕਾ 1% ਵੀ ਨਹੀਂ ਹੋਣੇ ਲੋਕ ਜਿਨ੍ਹਾਂ ਦਾ ਭਰੋਸਾ ਗੁਰੂ ਤੇ ਹੈ, ਮੰਨਦੇ ਨੇ ਸਿਰਫ। ਦੀਖਿਤ ਹੋਰ ਵੀ ਘੱਟ ਲੋਕ ਨੇ, ਔਰ ਇੱਕ ਦਾ ਜਾਪ ਕਰਨ ਵਾਲੇ ਹੋਰ ਵੀ ਘੱਟ ਲੋਕ ਨੇ। ਠੀਕ ਹੈ, ਬਾਬਾ ਨਾਨਕ ਤੇ ਕਹਿ ਰਿਹਾ, ਆਪ ਹੋਕਾ ਦੇ ਰਿਹਾ, ਵੇਦ ਪਾਠ ਸੰਸਾਰ ਕੀ ਕਾਰ, ਪੜ ਪੰਡਤ ਕਰੇ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ। ਨਾਨਕ ਰਿਜ਼ਲਟ ਦੇ ਰਿਹਾ, ਅੱਗੇ ਰਿਜ਼ਲਟ ਦੇ ਰਿਹਾ ਵੀ ਆਹ ਚੀਜ਼ ਹੈ। ਨਾਨਕ ਜੋਤ ਕਹਿ ਰਹੀ ਹੈ, ਗੁਰਮੁਖੇ ਉਤਰ ਸੇ ਪਾਰ। ਪਾਰ ਹੋਣਾ ਹੀ ਤਾਂ ਹੈ ਜਦੋਂ ਇੱਕ ਨੂੰ ਮੰਨਾਂਗੇ, ਇੱਕ ਅਕਾਲ ਪੁਰਖ ਨੂੰ ਮੰਨਾਂਗੇ, ਇੱਕ ਅਕਾਲ ਪੁਰਖ ਤੇ ਭਰੋਸਾ ਕਰਾਂਗੇ, ਇੱਕ ਅਕਾਲ ਪੁਰਖ ਨਾਲ ਕਮਿਟਡ ਹੋਵਾਂਗੇ। ਦੀਖਿਤ ਹੋਣਾ ਮਤਲਬ ਕਮਿਟਮੈਂਟ ਕਰਨੀ ਕਿ ਮੈਂ ਅੱਜ ਤੋਂ ਤੇਰਾ ਬਣ ਕੇ ਰਹਿਣਾ। ਇਹਦੀ ਸ਼ੁਰੂਆਤ ਹੋਣੀ ਹੈ ਆਪਣੇ ਆਪ ਨਾਲ, ਪਹਿਲਾਂ ਓਨੈਸਟੀ, ਫਿਰ ਪਰਿਵਾਰ ਨਾਲ ਓਨੈਸਟੀ, ਫਿਰ ਸਮਾਜ ਨਾਲ ਓਨੈਸਟੀ, ਇਮਾਨਦਾਰੀ ਰੱਖਣੀ ਪੈਣੀ ਹੈ, ਗੁਰੂ ਨਾਲ ਵੀ, ਅਧਿਆਤਮ ਤੌਰ ਤੇ ਵੀ ਤੇ ਸਮਾਜਿਕ ਤੌਰ ਤੇ ਵੀ। ਅਸੀਂ ਪੈਰ ਤੇ ਝੂਠ ਬੋਲ ਦਿੰਦੇ ਹਾਂ, ਨਿੱਕੀਆਂ ਗੱਲਾਂ ਤੇ ਝੂਠ ਬੋਲਦੇ ਹਾਂ। ਇਮਾਨਦਾਰੀ ਰੱਖਣੀ ਪੈਣੀ ਹੈ। ਇਹ ਤਾਂ ਕੰਮ ਚੱਲੂ, ਤਾਂ ਅੱਗੇ ਵਧੂ, ਤਾਂ ਅਸੀਂ ਪਾਰ ਹੋਵਾਂਗੇ, ਤਾਂ ਅੰਦਰ ਲਾਈਟ ਹੋਊ, ਤਾਂ ਅੰਦਰ ਪ੍ਰਕਾਸ਼ ਹੋਊ। ਸੋ ਇਹ ਚੀਜ਼ਾਂ ਯਾਦ ਰੱਖਿਓ। ਗੁਰਮੁਖ ਕੋਈ ਬੰਦਾ ਨਹੀਂ ਹੈ ਬਈ ਚਿੱਟਾ ਕੁੜਤਾ ਪਜਾਮਾ ਪਾਈ ਹੈ, ਜੁੱਤੀ ਪਾਈ ਹੈ, ਗਾਤਰਾ ਉੱਤੋਂ ਦੀ ਪਾਇਆ, ਵੱਡੀ ਕਿਰਪਾਨ ਪਾਈ ਹੈ, ਦਸਤਾਰ ਸਜਾਈ ਹੈ ਨੀਲੀ, ਦਾੜਾ ਖੁੱਲਿਆ ਛੱਡਿਆ ਤੇ ਗਲ 'ਚ ਹਜੂਰੀਆ ਪਾਇਆ, ਉਹ ਗੁਰਮੁਖ ਨਹੀਂ ਹੈ। ਤੇ ਬੋਲਦਾ ਵੀ ਬੜਾ ਮਿੱਠਾ, ਉਹ ਗੁਰਮੁਖ ਨਹੀਂ ਹੈ। ਗੁਰਮੁਖ ਇੱਕ ਸਿਸਟਮ ਹੈ ਬਾਬੇ ਨਾਨਕ ਦਾ, ਜਿਹਦੇ 'ਚ ਸਾਨੂੰ ਹਿਦਾਇਤਾਂ ਨੇ ਵੀ ਇੱਕ ਅਕਾਲ ਪੁਰਖ ਨੂੰ ਮੰਨਣਾ, ਇੱਕ ਅਕਾਲ ਪੁਰਖ ਤੇ ਭਰੋਸਾ, ਇੱਕ ਅਕਾਲ ਪੁਰਖ ਨਾਲ ਕਮਿਟਮੈਂਟ, ਔਰ ਇੱਕ ਅਕਾਲ ਪੁਰਖ ਦੇ ਨਾਮ ਦਾ ਜਾਪ, ਤਾਂ ਹੋਏਗਾ ਪਾਰ ਉਤਾਰਾ, ਤਾਂ ਹੋਣਾ ਪਾਰ ਉਤਾਰਾ। ਅਦਰਵਾਈਜ਼ ਨਾ।
खुआरी ही खुआरी पल्ले पैनी है। किस तरह? भवजल बिन शब्दे क्यों तरिया। क्यों क्यों नहीं पढ़ना, इनू क्यों पढ़ना, किवें। एक है क्यों वाई, एक है क्यों हाउ। भवजल ये भी बाबे नानक की बाणी है। जिन्नियां असीं एग्जाम्पल्स लै रहे हैं, क्योंकि एक कोशिश हुंदी है भी जेड़े महल्ले का शब्द आपां पढ़ रहे हैं उसे महल्ले की बाणी चों एग्जाम्पल लभी जावे। भवजल बिन शब्द है क्यों तरी है। गुरु दे शब्द तो बिना संसार समुंदर तो पार नहीं लंघिया जा सकता। कि वो शब्द है कि उसे शब्द नूं कहा नाम बिना, वो नाम ही है। नाम बिना जग रोग व्याप्या, डुबदा डुब डुब मरी है। क्योंकि परमात्मा दे नाम तो बिना बंदा मेरा मेरा वितकरा हौमै ये रोग विच माया ये सब रोग विच फसिया रहिंदा। जग रोग है व्यापिया, डुबदा डुब डुब मरी है। बस फिर वो ना उहदी जमीर जागदी है, शरीर उहदा ठीक ठाक हुंदा है, लेकिन आत्मक तौर ते वो मरिया होया हुंदा। डुब डुब मरी है, ਉਹਦੀ आत्मा जागी नहीं हुंदी। ਜਿਹੜੀ आत्मा जागी नहीं है, ਜਿਹੜੀ सुरती जागी नहीं है, वो डेड है। क्योंकि सिक्खी है ही सुरती दी है, सोच ही बदलनी है, अपना माइंड सैट ही बदलना। इसे करके यह हुक्का दे रहे हैं भाई, माइंड सैट माइंड सैट माइंड सैट। की है माइंड सैट? सुरती है। सुरती ਨੂੰ ਡਿਵੈਲਪ करना। शरीर भी इत्थे रह जाना है, परिवार ने उस शरीर ਨੂੰ ਅੱਗ ਲਾ ਦੇਣੀ है। शरीर ਤੇ ਜਿਹੜਾ ਵੇਸ ਹੋਊਗਾ, ਜੋ ਵੀ ਵੇਸ ਹੋਊਗਾ ਉਹ ਵੀ ਇੱਥੇ ਹੀ ਫੂਕਿਆ ਜਾਣਾ है। जो भी धार्मिक चिन्ह पाए होंगे वो भी इत्थे ही फूके जाने हैं, रह जाने इत्थे। और सिक्खी है ही सुरती दी है। सुरती ਨੂੰ डिवेलप करना, सुरती ਨੂੰ चेंज करना। पूरा जोर ला के असीं बिल्कुल गुरु हाजिर नाजर है, गुरबाणी गुरु सामने है, पूरा जोर ला के ये शब्दां नूं खोलण दी कोशिश कर रहे हैं संगत वास्ते कि चलो भला होवे, साडा अपना भी होवे, असीं भी नाल नाल अमल करिए और संगतां दा भी भला होए, जाग आवे, सुरतियां जाग पैण। हुण ये श्लोक महला पहला, अगे आउणा महला पहला। पूरा शब्द है, अगे चल रहा। कहंदे सबदे साध न आयो, नाम ना लगो प्यार। बंदिया तेनों शब्द का स्वाद नहीं आ रहा। क्यों? साध दद्दे नूं औंकड़, ये स्वाद है, एक खास किस्म का स्वाद है जिहड़ा आउंदा है। जे बाबा नानक कह रहा ते वो आउंदा है। गुरमुखा ने अवस्था हंडाई है प्रैक्टिकली। क्यों नहीं आ रहा? क्योंकि नाम ना लगो प्यार। क्योंकि तू मन चित ला के नाम दा प्यार दे नाल जाप नहीं कर रहा, अभ्यास नहीं कर रहा। जिहदा प्यार नहीं बनिया परमात्मा दे नाल, प्रेम नहीं बनिया, ਉਹਨੂੰ शब्द का रस नहीं आ सकता। ये सुरती नहीं बनाना, ये सारी सोच ही है, सब सोच ही है। लेकिन ये मानस देही ऐसी बनाई है कि ये देही दे विचों ही सुरती नहीं ऐसी कला, ऐसा वर्तारा वर्ताउणा इसे जिस्म दे अंदर कि रसना नूं उस शब्द का स्वाद आना शुरू हो जाना। रसना फिक्का बोलना,
ਫਿੱਕਾ ਬੋਲਣਾ ਕੀ ਹੈ? ਅਸੀਂ ਕਹਿ ਦਿੰਦੇ ਹਾਂ ਬੰਦਾ ਗੁੱਸੇ 'ਚ ਬੋਲਦਾ, ਇਹ ਬੰਦਾ ਚੰਗੇ ਲਫ਼ਜ਼ ਨਹੀਂ ਇਸਤੇਮਾਲ ਕਰਦਾ, ਉਹਨੂੰ ਕਹਿੰਦੇ ਜੀ ਫਿੱਕਾ ਬੋਲਣਾ। ਆਓ ਲੱਭੀਏ ਫਿੱਕਾ ਬੋਲਣਾ ਕੀ ਹੈ। ਰੱਬ ਦੇ, ਅਕਾਲ ਪੁਰਖ ਦੇ, ਪਰਮਾਤਮਾ ਦੇ ਨਾਮ ਤੋਂ ਇਲਾਵਾ ਹੋਰ ਜਿਹੜਾ ਬਕਾ ਚਾਟ ਹੈ ਅਸੀਂ ਕਰਦੇ ਹਾਂ, ਉਹੀ ਫਿੱਕਾ ਬੋਲਣਾ ਹੈ। ਇਧਰੋਂ ਪੜ੍ਹ ਲਿਆ ਗਿਆਨ, ਉਧਰੋਂ ਪੜ੍ਹ ਲਿਆ, ਬੰਦੇ ਦਾ ਲਿਖਿਆ ਪੜ੍ਹ ਲਿਆ, ਹੋਰ ਰਲਾ ਜਿਹੜਾ ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਜਿੰਨਾ ਸਾਨੂੰ ਧਰਮ ਦੇ ਵਿੱਚ ਦਿੱਤਾ ਗਿਆ ਸਭ ਰਲਾ ਹੈ। ਸਾਨੂੰ ਲੋੜ ਨਹੀਂ ਹੈ। ਇੱਕ ਗੱਲ ਸਪਸ਼ਟ ਕਰ ਲਿਓ, ਮੈਂ ਖੁਦ ਵੀ ਸਪਸ਼ਟ ਹੋਇਆ ਇਸ ਚੀਜ਼ ਤੇ, ਕਲੀਅਰ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਇੱਕ ਓਂਕਾਰ ਸਤਨਾਮ ਕਰਤੇ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ, ਇੱਥੋਂ ਸ਼ੁਰੂ ਹੋ ਕੇ ਅਖੀਰ ਤੱਕ 1429 ਸਫੇ ਤੱਕ ਹੀ ਪੂਰਨ ਬ੍ਰਹਮ ਗਿਆਨ ਹੈ। 1429 ਸਫੇ ਤੱਕ ਪੂਰਨ ਬ੍ਰਹਮ ਗਿਆਨ ਹੈ। ਇਸ ਗਿਆਨ ਤੋਂ ਇਲਾਵਾ ਸਾਨੂੰ ਹੋਰ ਕਿਸੇ ਬ੍ਰਹਮ ਗਿਆਨ ਦੀ ਲੋੜ ਨਹੀਂ ਹੈ, ਪੜ੍ਹਨ ਦੀ ਲੋੜ ਨਹੀਂ ਹੈ, ਕੋਈ ਉੱਤੇ ਵਿਚਾਰ ਕਰਨ ਦੀ ਲੋੜ ਨਹੀਂ ਹੈ, ਕੰਪਲੀਟ ਹੈ। ਇੰਨੀ ਮਿਹਨਤ ਨਾਲ ਇੰਨਾ ਵੱਡਾ ਗ੍ਰੰਥ ਗੁਰਬਾਣੀ ਗੁਰੂ ਸਾਨੂੰ ਬਣਾ ਕੇ ਦਿੱਤਾ, ਅਸੀਂ ਧੱਕੇ ਖਾਈ ਜਾਂਦੇ ਹਾਂ ਹਲੇ ਵੀ। ਨਿਤ ਨਿਤ ਹੋਏ ਖੁਆਰ, ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਸਵਾਦ ਆ ਹੀ ਨਹੀਂ ਰਿਹਾ, ਤਾਂ ਕਰਕੇ ਨਹੀਂ ਆ ਰਿਹਾ ਕਿਉਂਕਿ ਅਸੀਂ ਮਨ ਚਿੱਤ ਲਾ ਕੇ ਪਿਆਰ ਦੇ ਨਾਲ ਪ੍ਰੇਮਾ ਭਗਤੀ ਨਹੀਂ ਕਰਦੇ, ਔਰ ਅਕਾਲ ਪੁਰਖ ਦੇ ਨਾਮ ਤੋਂ ਇਲਾਵਾ ਹੋਰ ਬਕਾ ਚਾਟ ਅਸੀਂ ਚੁੱਕੀ ਫਿਰਦੇ ਹਾਂ। ਨਿਤ ਰੋਜ਼ ਪ੍ਰਮਾਤਮਾ ਕੋਲੋਂ ਦੂਰ ਹੁੰਦੇ ਜਾ ਰਹੇ ਹਾਂ। ਖੁਆਰੀ ਹੀ ਖੁਆਰੀ ਹੈ, ਖੁਆਰੀ ਹੀ ਖੁਆਰੀ ਹੈ। ਨਾਨਕ ਪਈਐ ਕਿਰਤ ਕਮਾਵਣਾ, ਕੋਏ ਨਾ ਮਿਟਣ ਹਾਰ। ਨਾਨਕ ਜੋਤ ਕਹਿ ਰਹੀ ਹੈ, ਪੂਰਬਲੇ ਕਰਮਾਂ ਦੀ ਕਮਾਈ ਹੀ ਤੂੰ ਖਾ ਰਿਹਾ। ਦੁਨੀਆ ਦੀ ਕੋਈ ਸ਼ਕਤੀ, ਭਾਵੇਂ ਚੰਗੀ ਕਮਾਈ ਹੈ ਭਾਵੇਂ ਮਾੜੀ ਹੈ, ਉਸ ਨੂੰ ਬਦਲ ਨਹੀਂ ਸਕਦੀ ਸਵਾਏ ਇੱਕ ਗੁਰੂ ਦਾ ਸ਼ਬਦ। ਕਿਉਂਕਿ ਸਾਡੇ ਕੋਲ ਗਿਆਨ ਦੀ ਰੋਸ਼ਨੀ ਹੈ। ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਰਾਮਾਨੰਦ ਸਵਾਮੀ ਰਮਤ ਬ੍ਰਹਮ, ਰਮਣਾ ਨਾਮ ਦਾ ਅਭਿਆਸ ਕਰਨਾ, ਕੇਵਲ ਤੇ ਕੇਵਲ ਜੋ ਸਾਡੇ ਪੂਰਬਲੇ ਕਰਮ ਨੇ, ਭਾਵੇਂ ਚੰਗੇ ਨੇ ਮਾੜੇ ਨੇ, ਜੇ ਚੰਗੇ ਨੇ ਤੇ ਹੋਰ ਤਰੱਕੀ ਹੋਊਗੀ ਗੁਰੂ ਦੇ ਸ਼ਬਦ ਨਾਲ, ਜੇ ਮਾੜੇ ਨੇ ਤੇ ਉਹ ਖਤਮ ਹੋਣਗੇ ਕੇਵਲ ਤੇ ਕੇਵਲ ਗੁਰੂ ਦੇ ਸ਼ਬਦ ਨਾਲ। ਸ਼ਬਦ ਦੀ ਕਮਾਈ ਕਰਾਂਗੇ ਤਾਂ ਹੀ ਬੁਰੇ ਦਿਨਾਂ ਦਾ, ਬੁਰੇ ਕਰਮਾਂ ਦਾ ਜਿਹੜਾ ਪੱਤਰਾ ਹੈ ਉਹ ਸਾਫ਼ ਹੋਊ। ਸਿੰਪਲ। ਮਹੱਲਾ ਪਹਿਲਾ ਕੀ ਕਹਿ ਰਿਹਾ ਇੱਥੇ? ਸ਼ਬਦ ਸਾਧ ਨਾ ਆਇਓ, ਨਾਮ ਨਾ ਲੱਗੋ ਪਿਆਰ। ਸਵਾਦ ਸਾਨੂੰ ਨਾਮ ਜਪਣ ਦਾ ਤਾਂ ਨਹੀਂ ਆ ਰਿਹਾ ਕਿਉਂਕਿ ਸਾਡਾ ਪਿਆਰ ਨਹੀਂ ਹੈ। ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਅਸੀਂ ਨਾਮ ਤੋਂ ਬਿਨਾਂ ਹੋਰ ਸਾਰਾ ਕੁਝ ਬੋਲੀ ਜਾ ਰਹੇ ਹਾਂ, ਕਰੀ ਜਾ ਰਹੇ ਹਾਂ, ਨਿਤ ਨਿਤ ਹੋਏ ਖੁਆਰ। ਨਾਨਕ ਪਈਆਂ ਕਿਰਤ ਕਮਾਵਣਾ, ਕੋਈ ਨਾ ਮਿਟਣ ਹਾਰ। ਜਿਹੜੇ ਸਾਡੇ ਪੂਰਬਲੇ ਕਰਮ ਨੇ ਮਾੜੇ, ਉਹਨਾਂ ਨੂੰ ਕੇਵਲ ਗੁਰੂ ਦਾ ਸ਼ਬਦ ਹੀ ਖਤਮ ਕਰ ਸਕਦਾ ਹੈ। ਉਹਨਾਂ ਦਾ ਜਿਹੜਾ ਕਰਮਾਂ ਦਾ ਬੁਰਾ ਫਲ ਹੈ, ਉਹਦਾ ਪੱਤਰਾ ਸਾਫ਼ ਕੇਵਲ ਤੇ ਕੇਵਲ ਸ਼ਬਦ ਕਰ ਸਕਦਾ ਹੈ। ਹੋਰ ਕੋਈ ਸ਼ੈ ਇਸ ਕੰਮ ਦੇ ਵਿੱਚ ਸਹਾਈ ਨਹੀਂ ਹੋ ਸਕਦੀ। ਅੱਗੇ ਚਲੀਏ, ਅੱਗੇ ਆਊਗੀ ਪੌੜੀ। ਪੌੜੀ ਕੀ ਕਹਿੰਦੀ ਹੈ ਬਾਬੇ ਨਾਨਕ ਦੀ? ਇਹ ਵੀ ਸ਼ਬਦ ਦਾ ਹਿੱਸਾ ਹੈ। ਇੱਥੇ ਅਖੀਰ ਤੇ ਜਾ ਕੇ ਸਾਨੂੰ
ਅਸੀਂ ਇੱਕ ਰਿਜ਼ਲਟ ਕੱਢਣਾ, ਜਿਵੇਂ ਬਾਬੇ ਨਾਨਕ ਨੇ ਗੁਰਬਾਣੀ ਚ ਕੱਢਿਆ। ਜੇ ਪ੍ਰਭ ਸਲਾਹੇ ਆਪਣਾ ਸੋ ਸੋਭਾ ਪਾਏ। ਜੋ ਅਕਾਲ ਪੁਰਖ ਨੂੰ ਆਪਣਾ ਸਮਝ ਕੇ, ਆਪਣਾ, ਜੇ ਪ੍ਰਭ ਸਲਾਹੇ ਆਪਣਾ, ਇਹ ਬੜਾ ਬਰੀਕ मीनिंग है। देखो, अपना या किसी ਦਾ ਪ੍ਰਭ नहीं है, अपना समझ के जे ਅਸੀਂ ਉਸ ਕਰਤੇ ਪੁਰਖ ਦੀ ਇਬਾਦਤ ਕਰਦੇ ਆ, ਉਹੀ ਮੇਰਾ ਮਾਂ ਹੈ, ਉਹੀ ਮੇਰਾ ਪਿਓ ਹੈ, ਮਾਈ ਬਾਪ ਰੱਬ ਹੈ। ਉਹ ਆਨੰਦ ਬਾਣੀ ਚ ਵੀ ਪੜ੍ਹਦੇ ਆ, ਆਨੰਦ ਭਿਆ ਮੇਰੀ ਮਾਏ, ਮਾਂ ਦੁਨਿਆਵੀ ਨਹੀਂ ਹੈ, ਉਹ ਅਕਾਲ ਪੁਰਖ ਹੈ। ਉੱਥੇ ਸਤਿਗੁਰੂ ਮੈਂ ਪਾਇਆ, ਕਿਉਂਕਿ ਸਤਿਗੁਰੂ ਅੰਦਰ ਪ੍ਰਕਾਸ਼ ਹੋ ਗਿਆ। ਸਤਿਗੁਰੂ ਦਾ ਪ੍ਰਕਾਸ਼ ਹੀ ਆਨੰਦ ਦੀ ਅਵਸਥਾ ਹੈ। ਸੋ ਜੇ ਪ੍ਰਭ ਸਲਾਹੇ ਆਪਣਾ ਸੋ ਸੋਭਾ ਪਾਏ। ਜੇ ਅਕਾਲ ਪੁਰਖ ਨੂੰ ਆਪਣਾ ਸਮਝ ਕੇ ਉਹਦੀ ਇਬਾਦਤ ਕਰੀਏ, ਉਹੀ ਸਾਡੀ ਮਾਂ ਹੈ, ਉਹੀ ਸਾਡਾ ਪਿਓ ਹੈ, ਫਿਰ ਅਸੀਂ ਪੰਜ ਪ੍ਰਵਾਨ ਹੋਵਾਂਗੇ, ਫਿਰ ਅਸੀਂ ਦਰਗਾਹ ਦੇ ਵਿੱਚ ਮਾਣ ਹਾਸਲ ਕਰਾਂਗੇ। ਨਾਲ ਨਾਲ ਦੁਨਿਆਵੀ ਸੋਭਾ ਵੀ ਪਈ ਆ ਵੱਟ ਤੇ, ਪਰ ਦੁਨਿਆਵੀ ਸੋਭਾ ਦੀ ਵੈਲਿਊ ਨਹੀਂ ਹੈ ਕੋਈ ਸਿੱਖ ਵਾਸਤੇ, ਕੋਈ ਵੈਲਿਊ ਨਹੀਂ ਹੈ ਉਹਦੀ, ਉਹ ਜ਼ੀਰੋ ਕਰਨੀ ਪੈਣੀ, ਕਿਉਂਕਿ ਇਸੇ ਸੋਭਾ ਨੇ ਸਾਡੀ ਬੇੜੀ ਡੋਬ ਦੇਣੀ ਹੈ। ਫਿਰ ਇਹ ਸੋਭਾ ਅਕਾਲ ਪੁਰਖ ਦੇ ਦਰ ਤੇ ਹੋਣੀ ਹੈ। ਇਹ ਸੋਭਾ ਅਕਾਲ ਪੁਰਖ ਦੇ ਦਰ ਤੇ ਹੋਣੀ ਹੈ। ਜਮਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ। ਅਸੀਂ ਉਹ ਸ਼ਬਦ ਵਿਚਾਰ ਕੇ ਆਏ ਹਾਂ। ਜਮਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ। ਇਹ ਵੀ ਪੌੜੀ ਹੈ, ਇੱਥੋਂ ਸ਼ੁਰੂ ਹੁੰਦੀ ਹੈ। ਲੇਖਾ ਪੜ੍ਹੀਏ ਹਰ ਨਾਮ, ਫਿਰ ਲੇਖ ਨਾ ਹੋਈ। ਜਿਨ੍ਹਾਂ ਨੇ ਨਾਮ ਦਾ ਹੀ ਅਭਿਆਸ ਕੀਤਾ, ਨਾਮ ਦੀ ਪ੍ਰੈਕਟਿਸ ਕੀਤੀ, ਉਹਦਾ ਕੋਈ ਲੇਖਾ ਜੋਖਾ ਨਹੀਂ ਹੋਣਾ। ਪੁੱਛ ਨਾ ਸਕੈ ਕੋਈ ਹਰ ਦਰ ਸਦ ਢੋਈ, ਪੁੱਛ ਨਾ ਸਕੈ ਕੋਈ, ਕਿਉਂਕਿ ਉਹ ਪ੍ਰਮਾਤਮਾ ਦੇ ਦਰ ਤੇ ਉਹਨਾਂ ਨੇ ਜੀਂਦਿਆਂ ਜੀ ਉਹ ਅਵਸਥਾ ਪ੍ਰਾਪਤ ਕਰ ਲੈਣੀ ਹੈ। ਕਿਸੇ ਦੀ ਹਿੰਮਤ ਹੀ ਨਹੀਂ ਪੈਣੀ ਉਹਨਾਂ ਨੂੰ ਪੁੱਛਣ ਦੀ ਸਵਾਲ ਵੀ, ਭਾਈ ਕਿੱਦਾਂ ਆਇਆ, ਕਿਵੇਂ, ਕਿਸੇ ਨੇ ਨਹੀਂ ਪੁੱਛਣਾ ਉਹਨਾਂ ਨੂੰ। ਜਮਕਾਲ ਐਡੀ ਡਰਾਉਣੀ ਇਹ ਅਵਸਥਾ ਹੈ ਜਮਕਾਲ ਦੀ। ਕਹਿੰਦੇ ਉਹ ਜਮਕਾਲ ਵੀ ਹੱਥ ਜੋੜ ਕੇ ਗਿਫਟ ਲੈ ਕੇ ਖੜਾ ਹੁੰਦਾ, ਸੇਵਕ ਨਿਤ ਹੋਈ। ਆਦਰ ਮਾਣ ਕਰਨ ਵਾਸਤੇ ਸਰੋਪਾ ਲੈ ਕੇ ਖੜਾ ਹੁੰਦਾ। ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ, ਨਾਨਕ ਅਨਹਦ ਧੁਨੀ ਦਰ ਵੱਜਦੇ ਮਿਲਿਆ ਹਰ ਸੋਈ। ਗੁਰ ਤੇ ਮਹਿਲ ਪਾਇਆ, ਇਹ ਮੇਲ ਦੀ ਅਵਸਥਾ ਹੈ ਪ੍ਰਮਾਤਮਾ ਦੇ ਨਾਲ, ਜੋ ਸ਼ਬਦ ਗੁਰੂ ਦੇ ਜ਼ਰੀਏ, ਨਾਮ ਅਭਿਆਸ ਦੇ ਜ਼ਰੀਏ ਹਾਸਲ ਹੁੰਦੀ ਹੈ। ਫਿਰ ਨਾਨਕ ਜੋਤ ਆਖਦੀ ਹੈ ਉੱਥੇ ਹੈ ਕੀ ਹੈ, ਉੱਥੇ ਹੋ ਕੀ ਰਿਹਾ, ਉੱਥੇ ਅਨਹਦ ਧੁਨੀ ਦਰ ਵੱਜਦੇ ਮਿਲਿਆ ਹਰ ਸੋਈ। ਪ੍ਰਭੂ ਦੇ ਮੇਲ ਦੀ ਅਵਸਥਾ ਹੈ, ਮਿਲਾਪ ਦੀ ਅਵਸਥਾ ਹੈ। ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਕੋਈ ਮਾੜਾ ਧੀੜਾ ਉਹਨਾਂ ਨੂੰ ਪੁੱਛ ਨਹੀਂ ਸਕਦਾ ਉੱਥੇ। ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ, ਉਹਨਾਂ ਨੂੰ ਕਰਤੇ ਪੁਰਖ ਨੇ ਬੁਲਾ ਲੈਣਾ ਵੀ ਆ ਜਾ, ਮੇਰੇ ਤੋਂ ਵਿਛੜ ਕੇ ਗਿਆ ਸੀ, ਤੂੰ ਉਦਾਂ ਦਾ ਹੀ ਬਣ ਕੇ ਮੇਰੇ ਕੋਲ ਆ ਗਿਆ ਜਿੱਦਾਂ ਦਾ ਤੈਨੂੰ ਭੇਜਿਆ ਸੀ, ਆ ਜਾ। ਪੁੱਛ ਨਾ ਸਕੈ ਕੋਈ ਹਰ ਦਰ ਸਦ ਢੋਈ, ਜਮਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ। ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ, ਨਾਨਕ ਅਨਹਦ ਧੁਨੀ ਦਰ ਵੱਜਦੇ ਮਿਲਿਆ ਹਰ ਸੋਈ। ਇੱਥੋਂ ਤੱਕ ਅਵਸਥਾ ਲੈ ਕੇ ਜਾਣੀ ਹੈ ਨਾਮ ਅਭਿਆਸ ਦੀ। ਗੁਰੂ ਦੇ ਸ਼ਬਦ ਨੇ, ਨਾਮ ਦੇ ਅਭਿਆਸ ਨੇ। ਹੋਰ ਅੱਗੇ ਚਲੀਏ ਜੀ। ਜੇ ਪ੍ਰਭ ਸਲਾਹੇ ਆਪਣਾ ਸੋ ਸੋਭਾ ਪਾਏ,
अपना समझ के, अपना मां प्यो समझ के अकाल पुरख नूं भगती करनी है ते दरगाह दे विच मान हो। दरगाह दे विच मान जिहड़ा की है, प्रभु दा मिलाप ही है। जिन्ना मान है ये प्रभु दा मिलाप ही है। हौमै विचों दूर कर सच मन वसाए, तां लिखिया है जी। प्यार भी तां लिखिया, सच मन वसाए भी तां लिखिया। क्यों? हौमै नावे नाल विरोध है, दोए ना वसे एक ठाए। जिवें जिवें शब्द दे अभ्यास नाल, नाम दे अभ्यास नाल हौमै अंदरों मुकदी जाएगी, तिवें तिवें परमात्मा दा प्रकाश या कह लो परमात्मा नाल नेड़ता अंदर वधदी जाएगी। तिवें तिवें नेड़ता वधदी जाएगी। सच बाणी गुण उचरै, सच्चा सुख पाए। होर सौखे तरीके नाल गल कर रहे, होर सौखे तरीके नाल सच बाणी, सच दे चचे नूं औंकड़, परमात्मा दी बाणी, वाहिगुरु गुरमंत्र, अमृत बाणी हर हर तेरी, जिहड़ी असीं पढ़दे हां स्क्रीन ते देख रहे हैं, ये भी बाणी है। लेकिन जिहड़ी असीं शब्द दा अभ्यास करना है, रैपीटिशन करनी है, लख लख गेड़ा आखिए एक नाम जगदीश, ये भी बाणी है। अमृत बाणी हर हर तेरी, सच बाणी गुरबाणी, ये है सच बाणी। सो दोनों चीजां नूं बाणी क्या है? रैपीटिशन ऑफ नाम वाहिगुरु 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 वाहिगुरु, ये भी बाणी है। क्योंकि बोल रहे हैं असीं, जो साडे मूंह चों निकल रहा वो बाणी है, जो गुरु दे मूंह चों निकल रहा वो भी गुरबाणी है। सच बाणी गुण उच्चर है, सच बाणी है ही शब्द का अभ्यास है। इस करके चचे नूं औंकड़ आया इत्थे। परमात्मा दी बाणी वाहिगुरु मंत्र जपेगा तां शब्द रूपी सुख प्राप्त होएगा। शब्द रूपी सुख अगेन परमात्मा दा मिलाप है, मिलाप दी अवस्था है। सुख दे खखे नूं औंकड़ है, दुनियावी सुख नहीं है। दुनियावी सुख की करने फिर बंदे ने? जिन्हों परमात्मा मिल गया वो कहूगा भी मैनू रोल्स रॉयस गड्डी चाहिए है। वो कहूगा भी मैनू बहुत बड़ा मैंशन चाहिए 30 किलियां। वो केवल फिर आनंद पाया मेरी माए, सतगुरु मैं पाया, सतगुरता पाया सहज सेती, मन वजियां वधाइयां। सहज सेती ये कह देंगे सतगुरता पाया बड़े आराम दे नाल, आराम दे नाल नहीं है, मेहनत करनी है, करड़ी घालना। सतगुरता पाया सहज सेती, सतगुरु जदों आया मेरा मन खड़ा हो गया, सहज विच आ गया, विचारां तो दूर चला गया, भटकना तो दूर चला गया, मन सहज विच आ गया। नाल नाल सतगुरु दी मदद दे नाल, शब्द अभ्यास दी मदद दे नाल मेरा परमात्मा नाल मेल होया, पर नाल नाल जिहड़ा मन सी वो भी सहज विच आ गया। मन वजियां वधाइयां। मैनू इउं प्रतीत हो रहा जिवें जिवें लोग मैनू आके वधाइयां दे रहे हैं ते खुशी नहीं हुंदी। किसी दे मुंडे दा विआह होए, कुड़ी दा विआह होए ते उहनूं वधाइयां दिओ ते अगला खुशी महसूस करदा। कहंदे इदां मैनू खुशी महसूस हो रही है, जिवें लोग आके वधाइयां दे रहे ने। आनंद पिया मेरी माए, ये है सच्चा सुख। सो परमात्मा दी बाणी वाहिगुरु 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 जिहड़ा गुरमंत्र है, जिउं जिउं इनू जपांगे तां सानू शब्द रूपी सुख दी प्राप्ति होनी है। शब्द रूपी सुख अगेन इत्थे स्पेसिफिकली खखे नू औंकड़ पाया सुख, इहदा मतलब परमात्मा दे मिलाप दी अवस्था है। अगे लिखता, अगे आ गया, नाल ही अगे पटाका देखो, मेल पया चिरी विछुनिया। वो सुख केड़ा है? जन्मां जन्मांतरां तो
परमात्मा नालों टुटे सी, पर उसे परमात्मा दी नेड़ता महसूस हो गई है। उसे परमात्मा दी किरपा दे नाल, गुरप्रसाद दे नाल मिलाप हो गया, मेल पया। मेल दे फेर लल्ले नूं औंकड़ा गया। चिरी विछोनिया, चिरां तो विछड़े पए सी, पर मेल हो गया। मिलाया किने? गुरपुरखे मिलाए। शब्द दे अभ्यास ने, अकाल पुरख दे नाम ने। मन मैला इव सुध है, हर नाम ध्याए। नाम जप जप के, ध्यान वल वध के, जिहड़ा मैला मन सी वो शुद्ध होना शुरू हो गया। बुराइयां नाल भरिया होया मन ऐन साफ कुंदन वांगू हो गया। ध्याना, शब्द प्लस सुरती इज इक्वल टू ध्यान। पहला भी दसिया सी। करते पुरख दा शब्द होए, सुरती उस शब्द च जुड़ी होए, इनू कहंदे ध्यान लगना। यह हुंदा ध्यान। मन दे विच होर कोई फुरना, होर कोई विचार ना होवे, खत्म होवे, तां ये जिहड़ा मैला मन है इन्हें शुद्ध होना शुरू होना। ये तां कहीदा हथ खड़े करके भी सिੱਖੀ है ही सुरती दी है। हर अंक दे उत्ते मन दे शब्द ने। अंदर ठीक करना है, अपनी सोच पवित्र करनी है। नाम अभ्यास दे नाल ये पवित्र सोच दे नाल ही प्रकाश होना है। पवित्र सोच दे नाल ही मिलाप होना है परमात्मा दे नाल। जे प्रभ सलाहे अपना सो शोभा पाए, हौमै विचों दूर कर, सच मन वसाए। सच बाणी गुण उचरै, सच्चा सुख पाए। मेल भया चिरी विछुनिया, गुरपुरख मिलाए। मन मैला एव शुद्ध है, हर नाम ध्याए। वाहिगुरु जी का खालसा, वाहिगुरु जी की फतेह।